के जथेदार सरदार रणजीत सिंह जी संघेड़ा साहब, जिला प्रधान श्रोमणी अकाली दल अमृतसर, जिन्हां दियां बेअंत सभावां ने ते जिन्हां दियां सभावां बारे अज सब कुछ दसिया जाएगा कि वो कौम नूं किस तरह समर्पित सन।
ਕਰਮ ਭੂਮੀ ਯੋਧਿਆਂ ਦੀ ਹਾਜ਼ਰੀ ਵਿੱਚ ਆਪਾਂ ਸਾਰੇ ਜਿਨ੍ਹਾਂ ਦੇ ਸਰਪ੍ਰਸਤ ਜਥੇਦਾਰ ਸਰਦਾਰ ਸਿਮਰਨਜੀਤ ਸਿੰਘ ਦੀ ਮਾਂ ਔਰ ਉਹਨਾਂ ਦੀ ਸਮੂਹ ਟੀਮ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਖਾਲਸੇ ਦਸਵੇਂ ਕਰਤਾਰ ਭਗਵਤ ਸਿਮਰ ਗਾਇ ਗੁਰੂ ਨਾਨਕ ਦੇਵ ਜੀ ਆਏ ਬ੍ਰਹਮਦ ਗੁਰਤੀ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਜਨ ਹਰਿ ਗੋਬਿੰਦ ਰਾਮ ਸਿਮਰਾਓ ਸਿਮਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਆਈਏ ਜਿਠੇ ਸਾਧ ਬੁਝਾਏ एक बात सहसमिया घर नौ दिया ताय सताई हुए सहाय दसुन पासा सरस्वती गुरु सिंह साहब जी सब ताई हुए सहाय सब ताई की पंज प्यारे चार समझाते चारे मुक्ते हसिया जपिया तपिया जिन्हें नाम जपिया मंड सकिया दे चलाई दे गवाही दे की अंकिता जिना प्यारिया सत्यारा दी कमानी दा ध्यान कर खालसा जी साहिब बोलो वाहिगुरू वाहिगुरू जिना सिंहा सिंगिया बोलो वाहिगुरू वाहिगुरू सच्चा तख्तां सरबत गुरुद्वारा दा ध्यान कर खालसा जी साहिब बोलो वाहिगुरू। इतिया बरका सदका सर्व सुख होगी जहाँ जहाँ खालसा जी साहिब तहाँ तर रक्षाराय देख देख फतेह करत की पैर पंथ की जीत श्री साहिब जी सहाय खालसा जी की गोर वाले बोलो राखी आप अकाल पुरख वाहिगुरू पंथ दे सदा प्यारे खालसा जी बख्शो हे माणिया दे मां सतगुरु चरण कमल बेनती है सतगुरु जी आपकी दे महावाकुसार जिला चीरी लिखिया कई रोज तो सतगुरु जी आकाश प्रकिसा होना दे आप शांति रहे विजय परमात्मा भगत न कीनी मन रे कौन कुमत तैलीनी परदारा निंदिया रस रचियो राम भगत नह कीनी रहाओ मुक्त पंथ जानियो तै नाहन धन जोरन को धाया अंत संग काहुनी दीना बिरथा आप बंधाया ना हर भजियो ना गुरजन सेवियो नह बुझियो कछ ज्ञाना घाट ही माहे निरंजन तेरा तै खोज तो ध्याना मानस देह पाए पद हर भज
ਵਾਹਿਗੁਰੂ ਜੀ ਕੀ ਬਾਰੇ ਆਪੋ ਆਪਣੀ ਕੋਈ ਨਾ ਬੰਦੇ ਨੇ ਧੀ ਦੇ ਮਹਾਂ ਦੇ ਬਾਖਰ ਸਾਹਿਬ ਜਥੇਦਾਰ ਰਣਜੀਤ ਸਿੰਘ ਜੋ ਪਿਛਲੇ ਦਿਨੀ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਹੋਏ ਇਸ ਖਾਲੀ ਸੰਸਾਰ ਤੋਂ ਪਰਿਵਾਰ ਨੂੰ, ਪਾਰਟੀ ਨੂੰ, ਨਗਰ ਨੂੰ, ਇਲਾਕੇ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਪਰਿਵਾਰ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗ੍ਰਹਿ ਵਿਖੇ ਸਰਕਾਰ ਸੀ ਜਿੱਥੇ ਪਾਰਟੀ ਪ੍ਰਤੀ ਉਹਨਾਂ ਦਾ ਜੋਸ਼ ਸੀ, ਉੱਥੇ ਗੁਰਮਤਿ ਦਾ ਬਹੁਤ ਗਿਆਨ ਸੀ। ਕਿਸੇ ਵੀ ਸਟੇਜ ਤੇ ਜਾਣਾ, ਉਹਨਾਂ ਦਾ ਬੋਲਣ ਦਾ ਢੰਗ, ਉਹਨਾਂ ਦਾ ਤਰੀਕਾ ਵਿਲੱਖਣਤਾ ਵਾਲਾ ਸੀ। ਦੋ ਬੇਟੇ ਜਗਜੀਤ ਸਿੰਘ ਤੇ ਸਿਮਰਜੀਤ ਸਿੰਘ ਪੜ੍ਹਾਈ ਦੇ ਵਿੱਚ ਨਿਪੁੰਨ, ਇੱਕ ਬੇਟਾ ਬਾਹਰ ਹੈ, ਦੂਸਰੇ ਨੇ ਜਾਣਾ ਸੀ। ਮੈਂ ਇੱਕ ਗੱਲ ਸਮਝਦਾ, ਪ੍ਰਾਪਰਟੀ ਬਹੁਤ ਥੋੜੀ ਸੀ, ਪਰ ਜਿਹੜੀ ਜ਼ਿੰਦਗੀ ਜਿਉਈ ਆ ਉੱਚੀ ਤੇ ਬਿਨਾਂ ਕੋਈ ਕੰਮ ਨਹੀਂ ਚੱਲਦਾ। ਪਰ ਮੈਂ ਸਮਝਦਾ ਐਸੀ ਗੁਰੂ ਮਹਾਰਾਜ ਦੀ ਉਹਨਾਂ ਤੇ ਰਹਿਮਤ ਸੀ, ਐਸੀ ਬਖਸ਼ਿਸ਼ ਸੀ। ਇੱਕ ਜਿਵੇਂ ਆਪਾਂ ਕਹਿ ਲਈਏ ਬਿਨਾਂ ਹਥਿਆਰਾਂ ਤੋਂ ਉਹ ਲੜਾਈ ਲੜ ਕੇ ਗਏ ਆ ਜ਼ਿੰਦਗੀ ਦੀ, ਉਹਨਾਂ ਦੀ ਬੜੀ ਸਫਲਤਾ ਹੋਈ ਆ। ਉਹਦੇ ਵਿੱਚ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਸੀ। ਅਗਲੀ ਗੱਲ, ਜੋ ਪਰਿਵਾਰ ਪਿੱਛੇ ਹੈ, ਜੋ ਆਪਾਂ ਸਿਆਸਤ ਦੇ ਵਿੱਚ, ਗੁਰਮਤਿ ਦੇ ਵਿੱਚ ਇਨਸਾਨ ਵਿਚਰਦਾ, ਉਹਦੇ ਪਿੱਛੇ ਵੀ ਕੋਈ ਹੱਥ ਹੁੰਦਾ। ਉਹਨਾਂ ਦੇ ਘਰੋਂ ਮਾਤਾ ਮੇਰੀ ਚਾਚੀ ਦੇ ਰੂਪ ਦੇ ਵਿੱਚ ਬੀਬੀ ਚਰਨਜੀਤ ਕੌਰ, ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਕਿਉਂਕਿ ਅੱਜ ਕੱਲ੍ਹ ਦਾ ਜੋ ਸਮਾਂ ਹੈ, ਆਪਾਂ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਵੀ ਜਦੋਂ ਘਰੋਂ ਇਹ 10 ਮਿੰਟ ਵੀ ਜਾਣਾ, ਮਾਈਆਂ ਕਹਿ ਦਿੰਦੀਆਂ ਨੇ ਘਰ ਦਾ ਕੰਮ ਵੀ ਕਰ ਲਿਆ ਕਰੋ, ਪਰ ਉਹਨਾਂ ਦੇ ਮੁੱਖ 'ਚੋਂ ਅੱਜ ਤੱਕ ਇਹ ਸ਼ਬਦ ਨਹੀਂ ਸੀ ਸੁਣਿਆ ਵੀ ਤੁਸੀਂ ਘਰ ਦਾ ਵੀ ਕੰਮ ਕਰ ਦਿਓ। ਪਾਰਟੀ ਪ੍ਰਤੀ, ਸਮਾਜ ਪ੍ਰਤੀ, ਗੁਰਮਤਿ ਪ੍ਰਤੀ ਜੋ ਉਹਦਾ ਪਿਆਰ ਸੀ, ਉਹਨਾਂ ਦਾ ਬਹੁਤ ਹੱਥ ਸੀ। ਦੂਸਰੀ ਗੱਲ, ਭਾਣੇ ਦੀ ਅਰਦਾਸ ਕੀਤੀ ਜਾਂਦਾ ਛੇਤੀ ਗੱਲ ਨਿਬੇੜ ਦੇਣੀ ਆ। ਭਾਣਾ ਕਹਿਣਾ ਬਹੁਤ ਸੌਖਾ ਤੇ ਮੰਨਣਾ ਬਹੁਤ ਔਖਾ। ਦੋ ਸ਼ਬਦਾਂ ਦਾ ਸ਼ਬਦ ਆ ਭਾਣਾ। ਆਮ ਹੀ ਅਰਦਾਸ ਦੇ ਵਿੱਚ ਆਪਾਂ ਭਾਣਾ ਮੰਨਣ ਦੀ ਗੁਰੂ ਤੋਂ ਬਖਸ਼ਿਸ਼ ਮੰਗਦੇ ਹਾਂ, ਪਰ ਇਸ ਪਰਿਵਾਰ ਦਾ ਜੋ ਭਾਣਾ ਮੰਨਣ ਦਾ ਮੈਂ ਤਰੀਕਾ ਦੇਖਿਆ, ਵਿਲੱਖਣਤਾ ਵਾਲਾ ਸੀ। ਸਾਡੀ ਚਾਚੀ ਜੀ ਬੀਬੀ ਚਰਨਜੀਤ ਕੌਰ ਤਕਰੀਬਨ 10-20 ਸਾਲ ਤੋਂ ਦੇਖਦਾ ਸਾਡੇ ਗੁਰਦੁਆਰਾ ਸਾਹਿਬ ਵਿਖੇ ਇਸੇ ਸਥਾਨ ਤੇ ਪੰਜੇ ਗੁਰਬਾਣੀਆਂ ਦੇ ਜੋ ਨਿਤਨੇਮ ਹੁੰਦੇ ਨੇ ਸਵੇਰ ਵੇਲੇ, ਉਹਨਾਂ ਤੋਂ ਪਹਿਲਾਂ ਵਾਹਿਗੁਰੂ ਮੰਤਰ ਦੇ ਜਾਪ 15-20 ਜਾਂ ਅੱਧਾ ਘੰਟਾ ਹੁੰਦੇ ਨੇ। ਉਹਦੇ ਵਿੱਚ 20 ਸਾਲ ਤੋਂ ਲਗਾਤਾਰ, ਇਹ ਸਾਡੀ ਜੋ ਚਾਚੀ ਜੀ ਆ, ਉਹ 20 ਸਾਲ ਤੋਂ ਇਹ ਡਿਊਟੀ ਨਿਭਾਉਂਦੇ ਆ ਰਹੇ ਆ। 13 ਤਰੀਕ ਨੂੰ ਜਥੇਦਾਰ ਸਾਹਿਬ ਦੀ ਮੌਤ ਹੋਈ ਆ। 3 ਵਜੇ 2:30 ਵਜੇ ਸੰਸਕਾਰ ਹੋਇਆ। ਆਪਾਂ ਨੂੰ ਪਤਾ ਉਹ ਰਾਤ ਕਿੰਨੇ ਵਜੇ ਦੀ ਹੁੰਦੀ ਆ ਜੋ ਐਸੀ ਮੌਤ ਹੋ ਜੇ। ਅੰਮ੍ਰਿਤ ਵੇਲੇ 14 ਤਰੀਕ ਨੂੰ ਸਾਡੀ ਚਾਚੀ ਜੀ ਬੀਬੀ ਚਰਨਜੀਤ ਕੌਰ, ਉਹਨਾਂ ਨੇ ਉਸ ਨਿਤਨੇਮ ਦੇ ਵਿੱਚ, ਉਸ ਜਾਪ ਦੇ ਵਿੱਚੋਂ ਨਾਗਾ ਨਹੀਂ ਪਾਇਆ। ਦੇਖੋ ਐਸੀ ਗੁਰੂ ਦੀ ਬਖਸ਼ਿਸ਼। 13 ਤਰੀਕ ਨੂੰ ਮੌਤ, 3 ਵਜੇ ਸੰਸਕਾਰ, 14 ਤਰੀਕ ਨੂੰ ਅੰਮ੍ਰਿਤ ਵੇਲੇ 3 ਵਜੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਉਹ ਜਾਪ ਦੇ ਵਿੱਚੋਂ ਨਾਗਾ ਨਹੀਂ ਪਾਇਆ। ਧੰਨ ਹੈ ਉਹ ਮਾਤਾ ਜਿਨ੍ਹਾਂ ਦਾ ਐਡਾ ਬਹੁਤ ਵੱਡਾ ਯੋਗਦਾਨ ਹੈ। ਮੈਂ ਬਾਹਲਾ ਨਾਮ ਬੋਲਦਾ ਹੋਇਆ, ਬੁਲਾਰੇ ਬਹੁਤ ਨੇ, ਲੀਡਰਸ਼ਿਪ ਬੈਠੀ ਆ। ਮੈਂ ਕੱਟੂ ਸਾਹਿਬ ਨੂੰ ਬੇਨਤੀ ਕਰਨਾ ਉਸ ਸਟੇਜ ਦੀ ਕਾਰਵਾਈ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਰੰਗਲੇ ਸੱਜਣ ਜਥੇਦਾਰ ਰਣਜੀਤ ਸਿੰਘ ਜੀ ਸਹੇੜਾ ਜੋ ਸਾਡੇ ਵਿੱਚ ਨਹੀਂ ਰਹੇ, ਉਹਨਾਂ ਨੂੰ ਸਰਦਾ ਅਤੇ ਸਤਿਕਾਰ ਦੇਣ ਲਈ ਮੈਂ ਸਮਝਦਾ ਪੰਜਾਬ ਦੇ ਹਰ ਕੋਨੇ 'ਚ ਸਾਡੇ ਸਤਿਕਾਰਯੋਗ ਸੱਜਣ ਪਹੁੰਚੇ ਨੇ। ਮੈਂ ਇੱਕ ਬੇਨਤੀ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਨੇ ਕਿ ਆਪਾਂ ਇੰਨੀ ਵੱਡੀ ਗਿਣਤੀ 'ਚ ਹਾਜ਼ਰ ਨਹੀਂ ਹੋ ਸਕਦੇ। ਮੈਂ ਬੇਨਤੀ ਕਰਾਂ ਨਗਰ ਨਿਵਾਸੀਆਂ ਦੇ ਚਰਨਾਂ 'ਚ, ਮੈਂ ਉਹਨਾਂ ਨੂੰ ਤਾਂ ਕਹਿ ਸਕਦਾ ਕਿਉਂਕਿ ਸਾਡਾ ਪਿੰਡ ਹੈ, ਮੈਂ ਬਾਹਰੋਂ ਆਈ ਸੰਗਤ ਨੂੰ ਨਹੀਂ ਕਹਿ ਸਕਦਾ। ਮੈਂ ਨਗਰ ਨਿਵਾਸੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਨਮਸਕਾਰ ਕਰਕੇ ਪ੍ਰਸਾਦਾ ਪਾਣੀ ਛਕਣ ਤੋਂ ਬਾਅਦ ਰਵਾਨਗੀ ਨਾਲ ਦੀ ਨਾਲ ਮੱਥਾ ਟੇਕ ਕੇ ਕਰਦੇ ਜਾਣ, ਤਾਂ ਜੋ ਕਿ ਜਿਹੜੇ ਪ੍ਰਸ਼ਾਸਨ ਦੇ ਨਿਯਮ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ
ਜੋ ਇਹ ਦੌਰ ਚੱਲਿਆ ਹੋਇਆ ਹੈ, ਲਾਕਡਾਊਨ ਹੈ, ਉਹਦੀ ਵੀ ਆਪਾਂ ਪਾਲਣਾ ਕਰ ਸਕੀਏ। ਇਹ ਸਟੇਜ ਵੱਲੋਂ ਨਿਮਰਤਾ ਸਹਿਤ ਹੱਥ ਜੋੜ ਕੇ ਆਪ ਸਭਨਾਂ ਦੀ ਚਰਨਾਂ 'ਚ ਬੇਨਤੀ ਹੈ। ਮੈਂ ਕਿਉਂਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਸਮਾਂ ਵੀ ਬਹੁਤ ਹੋ ਗਿਆ ਹੈ, ਆਗੂ ਸਾਹਿਬਾਨ ਜਿਨ੍ਹਾਂ ਨੇ ਸਰਦਾ ਤੇ ਸਤਿਕਾਰ ਦੇਣਾ ਹੈ, ਉਹ ਵੀ ਸਾਰੇ ਪਹੁੰਚ ਚੁੱਕੇ ਨੇ। ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਲਿਆਂਦਾ। ਮੈਂ ਬੇਨਤੀ ਕਰਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦੇ ਚਰਨਾਂ 'ਚ ਕਿ ਉਹ ਆਉਣ, ਜਥੇਦਾਰ ਸੰਘੇੜਾ ਜੀ ਦੇ ਜੀਵਨ ਬਾਰੇ, ਪਾਰਟੀ ਪ੍ਰਤੀ ਦੇਣ ਬਾਰੇ ਉਹ ਥੋੜ੍ਹੇ ਸਮੇਂ 'ਚ ਆਪਣੀ ਗੱਲ ਰੱਖਣ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਗਲਾ ਜਿਹੜਾ ਵਿਰਾਗਮਈ ਅਰਦਾਸ ਸਮਾਗਮ ਵਿੱਚ ਇਕੱਤਰ ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੱਕ ਸਵਾਲ ਹੈ ਕਿ ਕਿਸੇ ਵੀ ਪ੍ਰਾਣੀ ਦੇ ਚਲੇ ਜਾਣ ਤੋਂ ਬਾਅਦ ਚਲੇ ਜਾਣ ਦਾ ਸਵਾਲ ਹੈ, ਉਹ ਬਿਲਕੁਲ ਸਪਸ਼ਟ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਕੀਤਾ ਹੈ, ਗਣ ਘਾਲੇ ਸਭ ਦਿਵਸ ਸਾਸ, ਨਹਿ ਬਦਲ ਘਟਨ ਤਿਲ ਸਾਰ। ਜਿੰਨੇ ਸਾਹ ਦਿਨ ਲਿਖ ਕੇ ਭੇਜ ਦਿੱਤਾ ਹੈ, ਉਸ ਤੋਂ ਇੱਕ ਵੀ ਵੱਧ ਨਹੀਂ ਸਕਦਾ, ਘਟ ਵੀ ਨਹੀਂ ਸਕਦਾ। ਫਿਰ ਗੁਰੂ ਸਾਹਿਬ ਨੇ ਕਿਹਾ, ਜਨਮ ਮਰਨ ਹਮਰੇ ਵਸ ਨਹੀਂ, ਨਾ ਜੰਮਣਾ ਸਾਡੇ ਵਸ 'ਚ ਹੈ, ਨਾ ਮਰਨਾ ਸਾਡੇ ਵਸ 'ਚ ਹੈ। ਤੁਹਾਡੇ ਵਸ 'ਚ ਹੈ ਜੰਮਣ ਤੋਂ ਬਾਅਦ, ਮਰਨ ਤੋਂ ਪਹਿਲਾਂ ਦਾ ਸਮਾਂ, ਜਿਹੜਾ ਸਰਦਾਰ ਰਣਜੀਤ ਸਿੰਘ ਸੰਘੇੜਾ ਸਮਾਪਤ ਕਰਕੇ 13 ਮਈ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਮੇਰੀ ਬੇਨਤੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਸ ਇਨਸਾਨ ਦੇ ਲਈ, ਚਾਹੇ ਉਹ ਬੀਬੀ ਹੈ ਚਾਹੇ ਉਹ ਪੁਰਸ਼ ਹੈ, ਕਿਆਸ ਕੀਤਾ ਕਿ ਮਨੁੱਖ ਕਿਹਾ ਜਾ ਹੋਣਾ ਚਾਹੀਦਾ, ਤਾਂ ਉਹਨਾਂ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋੜੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਲ ਨਾ ਕੀਜੈ। ਇਹ ਇੱਕ ਵਰਸ਼ਨ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਅਜਿਹਾ ਮਨੁੱਖ ਚਾਹੁੰਦੇ ਨੇ ਕਿ ਜਿਹੜਾ ਜੇ ਇਸ ਰਸਤੇ ਤੇ ਤੁਰੇ ਤਾਂ ਇਹ ਸੋਚ ਕੇ ਨਾ ਤੁਰੇ ਕਿ ਮੇਰਾ ਸਿਰ ਵੀ ਜਾ ਸਕਦਾ ਹੈ। ਉਹ ਜਾਂਦਾ ਚਲਾ ਜਾਵੇ ਪਰ ਉਹ ਪਿੱਛੇ ਨਾ ਹਟੇ। ਇਹ ਉਹਦੀ ਡੈਫੀਨੇਸ਼ਨ ਦੀ ਸ਼ੁਰੂਆਤ ਹੈ, ਜੋ ਇੱਕ ਮਨੁੱਖ ਦਾ ਸਕੈਚ ਘੜਿਆ ਗੁਰੂ ਨਾਨਕ ਸਾਹਿਬ ਨੇ 250 ਸਾਲ ਲਾ ਕੇ 10 ਜਾਮਿਆਂ ਦੇ ਵਿੱਚ। ਉਸ ਤੋਂ ਬਾਅਦ ਗੁਰੂ ਨੇ ਇਹ ਸਮਝਾਇਆ ਕਿ ਸੱਚ ਦੀ ਲੜਾਈ ਕੀ ਹੈ। ਸੱਚ ਦੀ ਲੜਾਈ ਇਹ ਹੈ ਕਿ ਜ਼ੁਲਮ ਅੱਗੇ ਝੁਕਣਾ ਨਹੀਂ ਹੈ ਤੇ ਨਿਆਂ ਨੂੰ ਛੱਡਣਾ ਨਹੀਂ ਹੈ। ਉਹ ਗੁਰੂ ਨਾਨਕ ਸਾਹਿਬ ਨੇ ਆਪ ਕਰਕੇ ਦਿਖਾਇਆ। ਬਾਬਰ ਤੂੰ ਜਾਬਰ ਹੈ। ਅਸੀਂ ਸਾਰੇ ਨਾਲ ਦੀ ਨਾਲ ਸੋਚੀ ਜਾਈਏ ਕਿ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਜੀਵਿਆ, ਕੀ ਉਸ ਤੇ ਸਰਦਾਰ ਰਣਜੀਤ ਸਿੰਘ ਸੰਘੇੜਾ ਪੂਰਾ ਉਤਰਦਾ ਸੀ ਕਿ ਨਹੀਂ ਸੀ, ਜਾਂ ਅਸੀਂ ਪੂਰੇ ਉਤਰਦੇ ਆ ਜਾਂ ਨਹੀਂ। ਕਿਉਂਕਿ ਗੁਰੂ ਦਾ ਇੱਕ ਬਚਨ ਹੈ, ਅਬ ਹੈ ਸੋ ਨਾਵ ਸਮੁੰਦ में क्या ਜਾਣਾ ਕਿਆ ਹੋਏ। ਹਜੇ ਤਾਂ ਇਹ ਜਿਹੜੀ ਸਾਡੀ ਕਿਸ਼ਤੀ ਹੈ ਇਹ ਦਰਿਆ ਦੇ ਵਿੱਚੋਂ ਜਾ ਰਹੀ ਹੈ। ਮਤਾ ਅਸੀਂ ਸੋਚ ਲਈਏ ਵੀ ਅਸੀਂ 80 ਸਾਲ ਦੇ ਹੋ ਗਏ, ਅਸੀਂ 50 ਸਾਲ ਦੇ ਹੋ ਗਏ, ਹੁਣ ਅਸੀਂ ਬਹੁਤ ਚੰਗੇ ਕੰਮ ਕਰ ਲਏ। ਨਹੀਂ, ਜਦੋਂ ਤੱਕ ਇਹ ਬੇੜੀ ਪਰਲੇ ਕੰਢੇ ਭਾਵ ਇਸ ਦੁਨੀਆ ਨੂੰ ਅਲਵਿਦਾ ਨਹੀਂ ਕਹਿ ਜਾਂਦੀ, ਉਸ ਤੋਂ ਇੱਕ ਪਲ ਪਹਿਲਾਂ ਵੀ ਤੁਹਾਡੇ ਤੋਂ ਐਸਾ ਗੁਨਾਹ ਹੋ ਸਕਦਾ ਹੈ ਜਿਹੜਾ ਗੁਰੂ ਨੂੰ ਪ੍ਰਵਾਨ ਨਾ ਹੋਵੇ। ਇਹਦੀ ਉਦਾਹਰਨ ਵੀ ਗੁਰੂ ਦਸਮ ਪਾਤਸ਼ਾਹ ਆਪ ਦੇ ਕੇ ਗਏ ਨੇ। ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਿਕਟਵਰਤੀ ਸੀ, ਉਹ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਜੂਝ ਰਹੇ ਸੀ ਫੌਜਾਂ ਦੇ ਨਾਲ। 9 ਮਹੀਨੇ ਜੂਝਦੇ ਰਹੇ। ਦੁਨੀਆ ਦੀ ਤਵਾਰੀਖ ਇਹ ਗੱਲ ਲਿਖੀ ਹੈ, ਲਿਖੂਗੀ ਕਿ ਉਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨੇੜਲੇ ਸਿੰਘ ਸੀ। ਪਰ ਜਦੋਂ ਉਹ ਥੱਕ ਗਏ, ਜਦੋਂ ਉਹ ਘਬਰਾ ਗਏ, ਚਾਹੇ ਉਹ 2 ਮਿੰਟ ਨਹੀਂ ਘਬਰਾਏ, ਚਾਹੇ ਉਹ 4 ਘੜੀਆਂ ਨਹੀਂ ਘਬਰਾਏ, ਉਹਨਾਂ ਨੂੰ ਬੇਦਾਵਾ ਲਿਖ ਕੇ ਦੇਣਾ ਪਿਆ। ਉਨੀ ਦੇਰ ਜਿੰਨੀ ਦੇਰ ਉਹ ਗੁਰੂ ਦੀ ਲਿਵ ਤੋਂ ਦੂਰ ਰਹੇ, ਉਨੀ ਦੇਰ ਉਹ ਸਿੱਖ ਨਹੀਂ ਰਹੇ। ਇਹ ਸਾਡਾ ਗੁਰ ਇਤਿਹਾਸ ਜਿਹੜਾ ਦੁਨੀਆ ਤੋਂ ਵਿਲੱਖਣ ਹੈ, ਇਹ ਸਾਨੂੰ ਸਮਝਾਉਂਦਾ ਹੈ।
ਅਸੀਂ ਕਦੇ ਇਹ ਸੋਚੀਏ ਕਿ ਅਸੀਂ ਜਿਉਣਾ ਕਿਵੇਂ ਹੈ। ਸਾਨੂੰ 2 ਪੀਰੀਅਡ, ਮੇਰੀ 2 ਮਿੰਟ ਦੀ ਗੱਲ ਰਹਿ ਗਈ ਹੈ, ਸਮੇਂ ਦੇ ਮੁਤਾਬਕ ਮੈਂ ਬੋਲਣਾ ਬਹੁਤ ਚਾਹੁੰਦਾ ਸੀ। ਸਾਨੂੰ 2 ਪੀਰੀਅਡ ਗੁਰੂ ਸਮਝਾ ਕੇ ਗਏ ਨੇ। ਇੱਕ ਉਹ ਟਾਈਮ ਹੈ 239 ਸਾਲ ਦਾ, ਜਿਸ ਵਕਤ ਗੁਰੂ 10 ਜਾਮਿਆਂ 'ਚ ਸਾਡੀ ਅਗਵਾਈ ਕਰਦੇ ਰਹੇ ਨੇ, ਉਂਗਲ ਫੜ ਕੇ ਆਪ ਤੱਤੀਆਂ ਤਵੀਆਂ ਤੇ ਬੈਠਦੇ ਰਹੇ ਨੇ, ਆਪ ਅਕਾਲ ਤਖਤ ਸਾਹਿਬ ਤੇ ਬੈਠ ਕੇ ਹੁਕਮਨਾਮੇ ਜਾਰੀ ਕਰਦੇ ਰਹੇ ਨੇ, ਆਪ ਬਾਬਰ ਨੂੰ ਜਾਬਰ ਕਹਿੰਦੇ ਰਹੇ ਨੇ, ਹਮਾਯੂੰ ਨੂੰ ਕਹਿੰਦੇ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਅੱਗੇ ਆ ਜੀ ਮਾੜਾ ਸਿੰਘ ਸਾਹਿਬ ਜੀ ਵੱਲੋਂ ਬੇਨਤੀ ਹੈ, ਜਿਨ੍ਹਾਂ ਨੇ ਬਰਗਾੜੀ ਮੋਰਚੇ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਸਤਿਕਾਰਯੋਗ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ, ਸਰਦਾਰ ਬੂਟਾ ਸਿੰਘ ਜੀ ਸਹੋਲੀ ਸਾਹਿਬ, मैं उन्होंने चरणों से बेनती करा। जसकार सिंह जी, कान सिंह वाला आ जाओ जी, सारे उठ के। खडूर साहब जी आ जाओ जी सर प्लीज। अच्छा जी, तुम थोड़े अगे आ जाओ, इधर आ जाओ। बड़े उच्चे भाग जथेदार रणजीत सिंह जी ने, जिन्हों ने अपनी कमाई, जिन्हों ने अपनी किरत का जोड़ा बनमुला जोड़ा उन्होंने सत्कार मान अज बहुत बड़ा जथेदार साहबाना जी हथों परिवार को मिल रहा है। मैं सहोली साहब को बेनती करा कि तुम भी अगे आ जाओ जी। जथेदार परमजीत सिंह जी सहोली साहब बोले बहुत बहुत धन्यवाद सिंह साहब, भाई ध्यान सिंह जी मान साहब का, जिन्होंने साडे इस जरनैल नूं बहुत बड़ा मान ते सत्कार बख्शिया। बोले सो निहाल, सत श्री अकाल। हुण मैं बेनती करा निमित्त से आपको फतेह करते हैं। वाहिगुरू जी का खालसा, वाहिगुरू जी की फतेह। अज साडी कौम के लिए बहुत दुख भरिया दिहाड़ा है कि असी अज अरदास की है अपने जरनैल सरदार रणजीत सिंह जो साडे विच नहीं रहे, और साडी अरदास है कि महाराज के चरणों के विच जाके इन्हां दा निवास होवे। आपको पता है कि सिख संघर्ष अज चल रहा है। 1984 तो अज तक सरदार रणजीत सिंह संघेड़ा साहब उस सोच के नाल लगे है जिहड़ा संत जरनैल सिंह भिंडरांवाले ने वचन कीते सीगे कि जे फौजां इंडिया दियां दरबार साहब दे विच आईयां तां खालिस्तान दा नींह पत्थर रखिया जाऊगा। बोले सो निहाल। सरदार रणजीत सिंह ने ते तुसीं सारे ने उस दिन तो लेके अज तक बहुत जबर झेलिया, दुख झेलिया, पर किसी ने
अपनी कौमियत हसीयत ਨੂੰ ਪਿੱਠ नहीं दिती है और ना किसी ने छेड़ी है। साध संगत जी, ਇਹੋ ਜਿਹੇ ਯੋਧੇ बहुत थोड़े दुनिया ਦੇ ਵਿੱਚ ਜੰਮਦੇ ਹੈ ਜਿਹੜੇ ਆਖਰੀ ਦਮ ਤੱਕ ਕਿਸੇ ਲਾਲਚ ਦੇ ਵਿੱਚ ਨਾ ਹੋਣ, ਕਿਸੇ ਨਾਲ ਬੁਰਾਈ ਨਾ ਕਰਨ, ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਨਿਤਨੇਮੀ ਹੋਣ, ਬਸੌਤ ਕੱਢਣ ਤੇ ਪੰਥ ਦੀ ਸੇਵਾ ਕਰਨ। ਸਰਦਾਰ ਰਣਜੀਤ ਸਿੰਘ ਨੇ ਜਿੱਥੇ ਜਿੱਥੇ ਵੀ ਦੁਖੀ ਕੋਈ ਸੀ ਉੱਥੇ ਜਾ ਕੇ ਇਹਨਾਂ ਨੇ ਆਪਣੀ ਇਮਦਾਦ ਕੀਤੀ ਹੈ। ਅੱਜ ਇਹ ਉਹਨਾਂ ਦੀ ਅੰਤਮ ਅਰਦਾਸ ਨਹੀਂ ਹੈ। ਜਿਹੜੇ ਯੋਧੇ ਹੁੰਦੇ ਹੈ, ਜਿਹੜੇ ਗੁਰੂ ਦੀ ਸੇਵਾ ਕਰਦੇ ਹੈ, ਪੰਥ ਦੀ ਸੇਵਾ ਕਰਦੇ ਹੈ, ਉਹਨਾਂ ਦੀ ਅੰਤਮ ਅਰਦਾਸ ਕਦੇ ਹੋਇਆ ਨਹੀਂ ਕਰਦੀ ਹੈ। ਉਹਨਾਂ ਦੀ ਸਿਰਫ ਅਰਦਾਸ ਹੁੰਦੀ ਹੈ ਜਿਵੇਂ ਅੱਜ ਆਪਾਂ ਨੇ ਕੀਤੀ ਹੈ। ਜਦੋਂ ਤੁਹਾਨੂੰ ਯਾਦ ਆਉਣਗੇ ਉਦੋਂ ਵੀ ਉਹਨਾਂ ਦੀ ਅਰਦਾਸ ਹੋਊਗੀ। ਸੋ ਇਹੋ ਜਿਹੇ ਯੋਧਿਆਂ ਦੀ ਅੰਤਮ ਅਰਦਾਸ ਕਦੇ ਨਹੀਂ ਹੋਈ ਔਰ ਨਾ ਹੀ ਇਹ ਅੱਜ ਅੰਤਮ ਅਰਦਾਸ ਹੈ ਸਰਦਾਰ ਰਣਜੀਤ ਸਿੰਘ ਦੀ। 1984 ਤੋਂ ਬਾਅਦ ਅਸੀਂ ਸਿੱਖ ਕੌਮ 2 ਨੰਬਰ ਦੇ ਸ਼ਹਿਰੀ ਬਣ ਕੇ ਰਹਿ ਰਹੇ ਹਾਂ। ਸਾਡਾ ਹਕੂਮਤ ਦੇ ਵਿੱਚ ਕੋਈ ਹੱਥ ਨਹੀਂ ਹੈ। ਜਿਹੜੀਆਂ ਆਜ਼ਾਦ ਹਕੂਮਤਾਂ ਹੁੰਦੀਆਂ, ਕੌਮਾਂ ਹੁੰਦੀਆਂ, ਉਹਨਾਂ ਦੇ ਹੱਥ ਦੇ ਵਿੱਚ ਵਿਦੇਸ਼ੀ ਮਾਮਲਿਆਂ ਦਾ, ਰੱਖਿਆ ਦਾ, ਫਾਈਨੈਂਸ ਦਾ, ਘਰੇਲੂ ਮਾਮਲਿਆਂ ਦਾ ਹੱਥ ਹੁੰਦਾ। ਦਿੱਲੀ ਦੇ ਵਿੱਚ ਅੱਜ ਸਾਡਾ ਕਿਤੇ ਵੀ ਹੱਥ ਨਹੀਂ ਹੈ ਜਿੱਥੇ ਅਸੀਂ ਕਹਿ ਸਕੀਏ ਕਿ ਅਸੀਂ ਬਰਾਬਰ ਦੇ ਹੁਕਮ ਰਾਣ ਹੈਗੇ ਹੈ ਜਾਂ ਸਾਡੀ ਉੱਥੇ ਚੱਲਦੀ ਹੈ। ਜਿੰਨਾ ਚਿਰ ਕਿਸੇ ਦਾ ਘਰ ਨਾ ਹੋਵੇ, ਕਿਸੇ ਦੀ ਝੋਪੜੀ ਨਾ ਹੋਵੇ, ਉਹਨਾਂ ਚਿਰ ਉਹ ਦਲੇਰੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਨਹੀਂ ਬਚ ਸਕਦਾ। ਕੱਲ੍ਹ ਸਾਨੂੰ ਦੱਸਿਆ ਗਿਆ ਕਿ ਰਾਜੀਵ ਗਾਂਧੀ ਕੱਲ੍ਹ ਦੇ ਦਿਨ ਮਰਿਆ ਸੀ। ਉਹਦੀਆਂ ਮੂਰਤੀਆਂ, ਉਹਦੀਆਂ ਤਸਵੀਰਾਂ ਸਾਰੀਆਂ ਅੰਗਰੇਜ਼ੀ ਤੇ ਦੇਸੀ ਅਖਬਾਰਾਂ ਦੇ ਵਿੱਚ ਲਾਈਆਂ। ਕਾਹਦੇ ਲਈ? ਜਿਸ ਨੇ ਸਿੱਖ ਕੌਮ ਦੀ 1984 ਦੇ ਵਿੱਚ ਨਸਲਕੁਸ਼ੀ ਕਰਾਈ ਸੀਗੀ ਕਿ ਇਹੋ ਜਿਹੇ ਦੋਸ਼ ਦੀ ਤਸਵੀਰ ਸਾਡੇ ਅੱਗੇ ਲਾ ਕੇ ਸਾਨੂੰ ਹਕੂਮਤ ਚਲਾ ਨਹੀਂ ਰਹੀ ਔਰ ਸਾਡਾ ਦਿਲ ਖਰਾਬ ਨਹੀਂ ਕਰ ਰਹੀ ਕਿ ਅਸੀਂ ਇਹੋ ਜਿਹੇ ਦੁਸ਼ਮਣ ਦਾ ਸਿਰ ਦੇਖ ਰਹੇ ਹਾਂ, ਮੂਰਤ ਦੇਖ ਰਹੇ ਹਾਂ, ਜਿਸ ਨੇ ਸਾਰੇ ਇੰਡੀਆ ਦੇ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਹੈ। ਸੋ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਸੀ ਕਿ ਆਪਣਾ ਘਰ ਖਾਲਿਸਤਾਨ ਹੋਵੇ। 10ਵੇਂ ਪਾਤਸ਼ਾਹ ਨੇ ਵੀ ਹੁਕਮ ਦਿੱਤਾ ਹੈ, ਇਨ ਗਰੀਬ ਸਿੱਖੋਂ ਕੋ 2 ਪਾਤਸ਼ਾਹੀ। ਸੋ ਇਹ ਗੁਰੂਆਂ ਦਾ ਹੁਕਮ ਹੈ, ਗੁਰੂ ਨਾਨਕ ਦਾ ਹੁਕਮ ਹੈ। ਨਾ ਅਸੀਂ ਹਿੰਦੂ ਨਾ ਮੁਸਲਮਾਨ। ਜੇ ਮੁਸਲਮਾਨ ਤੇ ਹਿੰਦੂ ਦੇ ਬਜਾਏ ਇੱਕ ਨਵਾਂ ਧਰਮ, ਇੱਕ ਨਵੀਂ ਕੌਮ ਖੜੀ ਕਰਦੀ ਹੈ ਤੇ ਦੂਜੀਆਂ ਕੌਮਾਂ ਦੇ ਘਰ ਹੈ, ਦੇਸ਼ ਹੈ, ਫਿਰ ਅੰਦਰ ਆਪਣੇ ਧਿਆਨ ਮਾਰੋ ਕਿ ਆਪਣਾ ਘਰ ਕਿਉਂ ਨਹੀਂ ਹੈ, ਕਿ ਅਸੀਂ ਗੁਰੂ ਦੇ ਕਹਿਣ ਦੇ ਉੱਤੇ ਚੱਲਦੇ ਹਾਂ ਕਿ ਨਹੀਂ। ਸੋ ਮੈਂ ਆਸ ਕਰਦਾ ਕਿ ਅਸੀਂ ਹਮੇਸ਼ਾ ਇਸ ਘਰ ਦੇ ਨਾਲ ਜੁੜੇ ਰਹਾਂਗੇ। ਸਰ ਜਗਜੀਤ ਸਿੰਘ ਤੇ ਸਿਮਰਜੀਤ ਸਿੰਘ ਉਹ ਉਹਨਾਂ ਦੇ ਨੌਜਵਾਨ ਬੱਚੇ ਹੈ ਜਿਹੜੇ ਉਹਨਾਂ ਨੇ ਗੁਰਮਰਿਆਦਾ ਮੁਤਾਬਕ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਹੈ। ਅਸੀਂ ਆਸ ਕਰਾਂਗੇ ਕਿ ਜਿਵੇਂ ਉਹਨਾਂ ਦੇ ਬਾਪੂ ਜੀ ਚੱਲਦੇ ਸੀ, ਇਸ ਤਰ੍ਹਾਂ ਹੀ ਇਹ ਸਿੰਘ ਚੱਲਦੇ ਰਹਿਣਗੇ। ਸਾਡੇ
ਪਾਰਟੀ ਨੂੰ ਬਹੁਤ ਦੁੱਖ ਹੈ ਕਿ ਸਾਡੀ ਪਾਰਟੀ ਦੇ ਬੜੇ ਤਕੜੇ ਜਥੇਦਾਰ ਇਹਨਾਂ ਸਾਲਾਂ ਦੇ ਵਿੱਚ ਗੁਜ਼ਰ ਗਏ ਹੈ। ਕਾਪਰੋ ਸਾਹਿਬ, ਕਾਲੇ ਬੁੱਢਾ ਸਾਹਿਬ, ਬਾਬਾ ਅਮਰਜੀਤ ਸਿੰਘ, ਦਰਸ਼ਨ ਸਿੰਘ ਨਾਈਵਾਲਾ, ਸਾਨੂੰ ਇਹਨਾਂ ਦਾ ਵੀ ਬੜਾ ਦੁੱਖ ਹੈ ਕਿ ਆਹ ਜਿਹੜਾ ਨਵਾਂ ਗੋਲਾ ਸਾਡੇ 'ਤੇ ਗਿਰਿਆ ਇਹ ਵੀ ਬਰਦਾਸ਼ਤ ਤੋਂ ਦੂਰ ਹੈ। ਪਰ ਮਹਾਰਾਜ ਦੀ ਕਿਰਪਾ ਹੋਊਗੀ, ਇਹ ਵੀ ਬਰਦਾਸ਼ਤ ਕਰਾਂਗੇ ਔਰ ਆਸ ਕਰਾਂਗੇ ਕਿ ਜਿਹੜੇ ਰਸਤੇ 'ਤੇ ਸਰਦਾਰ ਰਣਜੀਤ ਸਿੰਘ ਚੱਲੇ ਸੀ ਉਸ ਨੂੰ ਆਪਾਂ ਹਾਸਲ ਕਰੀਏ, ਆਜ਼ਾਦ ਹੋਈਏ ਔਰ ਆਪਣਾ ਮੁਲਕ ਹੋਵੇ, ਆਪਣੀ ਫੌਜ ਹੋਵੇ, ਆਪਣੀ ਵਿਦੇਸ਼ੀ ਪਾਲਿਸੀ ਹੋਵੇ, ਮਾਲੀ ਪਾਲਿਸੀ ਆਪਣੀ ਹੋਵੇ, ਘਰੇਲੂ ਪਾਲਿਸੀ ਆਪਣੀ ਹੋਵੇ, ਸਾਰੀਆਂ ਪਾਲਿਸੀਆਂ ਆਪਣੀਆਂ ਡਿਫੈਂਸ ਦੀਆਂ ਹੋਣ ਜਿਹਦੇ ਨਾਲ ਅਸੀਂ ਇੱਜ਼ਤ ਦੇ ਨਾਲ ਰਹਿ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਇਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਮੈਂ ਆਸ ਕਰਦਾ ਫਤਿਹ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਭੈਣ ਬੀਬੀ ਚਰਨਜੀਤ ਕੌਰ ਖਾਲਸਾ ਜੀ ਨੂੰ ਮਾਨ ਸਾਹਿਬ ਵੱਲੋਂ ਅਤੇ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਅਤੇ ਉਹਨਾਂ ਦੇ ਬੇਟੇ ਸਰਦਾਰ ਸਿਮਰਨਜੀਤ ਸਿੰਘ ਜੀ ਨੂੰ ਸਨਮਾਨ ਦੇ ਰਹੇ ਨੇ। ਬੋਲੇ ਸੋ ਨਿਹਾਲ। ਜਿੱਥੇ ਅੱਜ ਅਸੀਂ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੀ ਜਿਹੜੀ ਕਮੀ ਹੈ ਉਹਨੂੰ ਪੂਰਾ ਨਹੀਂ ਕਰ ਸਕਦੇ, ਪਰ ਪਾਰਟੀ ਪ੍ਰਧਾਨ ਸਾਹਿਬ ਨੇ ਸਾਨੂੰ ਉਹਨਾਂ ਦੀ ਜਗ੍ਹਾ ਤੇ ਸੇਵਾ ਨਿਭਾਉਣ ਲਈ ਐਕਟਿੰਗ ਪ੍ਰਧਾਨ ਵਜੋਂ ਸਰਦਾਰ ਦਰਸ਼ਨ ਸਿੰਘ ਮੰਡੇਰ ਸਾਹਿਬ ਨੂੰ ਸਰਦਾਰ ਮਾਨ ਸਾਹਿਬ ਜ਼ਿਲ੍ਹਾ ਜਥੇਦਾਰ ਬਰਨਾਲਾ ਦੇ ਨਿਯੁਕਤ ਕਰ ਰਹੇ ਨੇ। ਦਰਸ਼ਨ ਸਿੰਘ ਜੀ ਮੰਡੇਰ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਾਂ ਸਰਦਾਰ ਪਰਮਜੀਤ ਸਿੰਘ ਜੀ ਨੂੰ। ਜੀ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨ ਸਵਾਰ ਕਰਕੇ ਚੱਲਿਆ, ਸੱਚੀ ਦਰਗਤ ਆਏ, ਸੱਚਾ ਪਿੰਡ ਮਿਲਿਆ। ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਨਾਮ, ਹਮ ਵੀ ਮੰਜਾ ਡੋਗਰੀ ਰੋਮਾ ਧੀਨੀ ਵਾਮ। ਜਥੇਦਾਰ ਰਣਜੀਤ ਸਿੰਘ ਜੀ ਜਿਹੜੇ ਕਿ ਬਹੁਤ ਹੀ ਨਿਧੜਕ ਤੇ ਸੈਡੀ ਯੋਧੇ ਸਨ, ਉਹ ਜੋ ਆਪਾਂ ਨੂੰ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਨੇ, ਬੜਾ ਹੀ ਦੁੱਖ ਮਨਾਇਆ ਉਹਨਾਂ ਦੇ ਵਿਛੋੜੇ ਦਾ, ਕਿਉਂਕਿ ਉਹ ਹਮੇਸ਼ਾ ਪੰਥ ਨੂੰ ਸਮਰਪਿਤ ਆਗੂ ਸਨ, ਕਹਿਣੀ ਤੇ ਕਰਨੀ ਦੇ ਪਰਪੱਕ ਸਨ। ਮੈਂ ਇੱਕੋ ਗੱਲ ਕਹਿ ਕੇ ਸਾਧ ਸੰਗਤ ਜੀ ਆਪਣਾ ਸਮਾਂ ਸਮਾਪਤ ਕਰਦਾ ਹਾਂ। ਉਹਨਾਂ ਦੇ ਬਿਮਾਰ ਹੋਣ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ ਮੈਨੂੰ ਫੋਨ ਆਇਆ ਉਹਨਾਂ ਦਾ, ਕਹਿੰਦੇ ਕਿ ਇਹ ਜਿਹੜਾ ਲੋਕਡਾਊਨ ਲੱਗਿਆ ਹੋਇਆ ਕਰੋਨਾ ਵਾਇਰਸ ਕਰਕੇ, ਅਸੀਂ ਗਰੀਬ ਜਿਹੜੇ ਲੋਕ ਨੇ, ਦਿਹਾੜੀਦਾਰ ਨੇ, ਉਹਨਾਂ ਨੂੰ ਲੰਗਰ ਪਾਣੀ ਰਾਸ਼ਨ ਦੀ ਸੇਵਾ ਅਸੀਂ ਕਰਨੀ ਚਾਹੁੰਦੇ ਹਾਂ। ਸੋ ਮੈਨੂੰ ਤੁਸੀਂ ਦੱਸੋ ਕਿ ਅਸੀਂ ਇਸ ਦੀ ਪ੍ਰਵਾਨਗੀ ਪ੍ਰਸ਼ਾਸਨ ਤੋਂ ਲਈਏ, ਕਿਸ ਤਰ੍ਹਾਂ ਕਰੀਏ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨੋਡਲ ਅਫਸਰ ਦਾ ਨੰਬਰ ਦਿੱਤਾ ਕਿ ਤੁਸੀਂ ਉਹਨਾਂ ਦੇ ਨਾਲ ਇਹ ਸੰਪਰਕ ਕਰਕੇ ਤੁਸੀਂ ਉਹਨਾਂ ਨੂੰ ਲਿਖਾ ਦਿਓ ਕਿ ਤੁਸੀਂ ਕਿਹੜੇ ਏਰੀਏ ਜਾਂ ਕਿਹੜੇ ਸੰਗਤਾਂ ਨੂੰ, ਗਰੀਬ ਮਜ਼ਦੂਰਾਂ ਨੂੰ ਤੁਸੀਂ ਲੰਗਰ ਪਾਣੀ ਰਸਦਾਂ ਭੇਟ ਦੇਣੀਆਂ ਚਾਹੁੰਦੇ ਹੋ। ਸੋ ਉਹਨਾਂ ਨੇ ਮੀਟਿੰਗ ਦੇ ਵਿੱਚ ਜਿਹੜਾ ਡੀਸੀ ਸਾਹਿਬ ਨੇ ਮੀਟਿੰਗ ਬੁਲਾਈ, ਉਹਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਸੇਵਾ ਕਰਨ ਦਾ ਜੋ ਨਾਮ ਲਿਖਾ ਦਿੱਤਾ। ਪਰ ਅਗਲੀ ਮੀਟਿੰਗ ਜਦੋਂ ਡੀਸੀ ਸਾਹਿਬ ਨੇ ਕੀਤੀ, ਉਸ ਵੇਲੇ ਉਹ ਹਸਪਤਾਲ ਵਿੱਚ ਦਾਖਲ ਹੋ ਚੁੱਕੇ ਸਨ। ਸੋ ਉਸ ਮੀਟਿੰਗ ਦੇ ਵਿੱਚ ਦਾਸ ਸੀ ਤਾਂ ਡੀਸੀ ਸਾਹਿਬ ਨੇ ਪੁੱਛਿਆ ਕਿ ਰਣਜੀਤ ਸਿੰਘ ਸੰਘੇੜਾ, ਮੈਂ ਉਹਨਾਂ ਨੂੰ ਦੱਸਿਆ ਕਿ ਉਹ ਅਚਾਨਕ ਬਿਮਾਰ ਹੋ ਗਏ ਨੇ ਤੇ ਅੱਜ ਉਹ ਮੀਟਿੰਗ ਵਿੱਚ ਨਹੀਂ ਆ ਸਕੇ। ਹਾਂ, ਜਿਹੜੀ ਉਹਨਾਂ ਦੀ ਕੋਈ ਡਿਊਟੀ ਹੈ, ਜਿਹੜੀ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਡਿਊਟੀ ਉਹਨਾਂ ਦੀ ਲਾਉਣੀ ਹੈ ਜਾਂ ਲਵਾਉਣੀ ਹੈ, ਉਹ ਦਾਸ ਨਿਭਾਊਗਾ।
ਸੋ ਮੈਨੂੰ ਡੀਸੀ ਸਾਹਿਬ ਕਹਿਣ ਲੱਗੇ ਕਿ ਤੁਸੀਂ ਆ 500 ਪਰਿਵਾਰਾਂ ਦੀ ਅਸੀਂ ਤੁਹਾਨੂੰ ਲਿਸਟ ਦਿੰਦੇ ਹਾਂ, ਇਹਨਾਂ ਪਰਿਵਾਰਾਂ ਨੂੰ ਤੁਸੀਂ ਜਿਹੜਾ ਰਾਸ਼ਨ ਮੁਹੱਈਆ ਕਰਵਾਉਣਾ ਗਾ। ਸੋ ਦਾਸ ਨੇ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੀ ਡਿਊਟੀ ਨਿਭਾਈ। ਸੋ ਅਸੀਂ ਭਰਾਵਾਂ ਵਾਂਗੂ ਰਹੇ ਹਾਂ, ਭਾਵੇਂ ਦਰਸ਼ਨ ਸਿੰਘ ਨਾਈ ਵਾਲਾ ਹੋਵੇ, ਜਥੇਦਾਰ ਰਣਜੀਤ ਸਿੰਘ ਸੰਘੇੜਾ ਤੇ ਦਾਸ, ਅਸੀਂ ਹਮੇਸ਼ਾ ਪਾਰਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਇੱਕ ਭਰਾਵਾਂ ਵਾਂਗੂ ਵਿਚਰੇ। ਜਦੋਂ ਵੀ ਕੋਈ ਦੁੱਖ ਤਕਲੀਫ ਹੁੰਦਾ, ਕੋਈ ਕਸ਼ਟ ਆਉਂਦਾ, ਤਾਂ ਅਸੀਂ ਤਿੰਨੇ ਜਾਣੇ ਇਕੱਠੇ ਹੋ ਕੇ ਕੋਈ ਫੈਸਲਾ ਕਰਦੇ ਕਿ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ। ਸੋ ਬੜੇ ਭਿਆਨਕ ਸਮੇਂ ਆਏ, ਉਹਨਾਂ ਸਮੇਂ ਦੇ ਵਿੱਚ ਅਸੀਂ ਇਕੱਠੇ ਤਿੰਨੇ ਭਰਾਵਾਂ ਵਾਂਗੂ ਜੁੜ ਕੇ ਰਹੇ। ਸੋ ਹੁਣ ਵੀ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਪਰਿਵਾਰ ਹੈ, ਆਪਣੇ ਇਹ ਬੱਚੇ ਨੇ, ਸਾਡੇ ਆਪਣੇ ਬੱਚਿਆਂ ਵਾਂਗੂ ਨੇ, ਸਾਡਾ ਆਪਣਾ ਪਰਿਵਾਰ ਹੈ। ਪਰ ਰਲ ਮਿਲ ਕੇ ਸਾਰੇ ਹੀ ਪੰਥ ਦੇ ਜਿੰਨੇ ਵੀ ਸੇਵਾਦਾਰ ਨੇ, ਆਪਾਂ ਸਾਰੇ ਇਕੱਤਰ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰਨਾਮਾ ਕੀ ਹੋਵ ਜੋੜੀ ਗੁਰਮੁਖ ਬੈਸੋ ਸਫਾ ਵਸਾਏ। ਬੈਠੇ ਨੇ ਭਾਈ ਧਿਆਨ ਸਿੰਘ ਜੀ ਮਾਨ, ਪ੍ਰਧਾਨ ਸਾਹਿਬ ਸਤ ਸਿਮਰਨਜੀਤ ਸਿੰਘ ਜੀ ਮਾਨ ਅਤੇ ਪੰਥ ਦੀਆਂ ਸਾਰੀਆਂ ਸ਼ਖਸੀਅਤਾਂ ਇੱਥੇ ਬੈਠੀਆਂ ਨੇ। ਅੱਜ ਲੋੜ ਹੈ ਕਿ ਸਾਰਾ ਪੰਥ ਇਕੱਠਾ ਹੋਵੇ, ਆਪਾਂ ਸਾਰੇ ਇਕੱਠੇ ਹੋ ਕੇ ਕੌਮ ਦੀ ਅਤੇ ਆਪਣੇ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੀਏ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਨੂੰ, ਸਾਡੇ ਧਰਮ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਸੋ ਸ਼੍ਰੋਮਣੀ ਕਮੇਟੀ ਵੱਲੋਂ ਅਸੀਂ ਜੋ ਦਸਤਾਰ ਮਾਨਯੋਗ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੇ, ਕਿਉਂਕਿ ਉਹਨਾਂ ਦੇ ਆਪ ਤੇ ਧਰਮ ਪਤਨੀ ਚੜ੍ਹਾਈ ਕਰ ਗਏ ਸਨ, ਸੋ ਉਹਨਾਂ ਵੱਲੋਂ ਹੁਕਮ ਹੋਇਆ ਸੀ ਕਿ ਤੁਸੀਂ ਜਥੇਦਾਰ ਰਣਜੀਤ ਸਿੰਘ ਜੀ ਨੂੰ ਆਪਣੇ ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰ ਜੋ ਦਾਸ ਤੇ ਭਾਈ ਗੁਰਪ੍ਰੀਤ ਸਿੰਘ ਜੀ ਚੱਬਰ, ਸਾਡੇ ਮੈਂਬਰ SGPC, ਸਾਡੇ ਮੈਨੇਜਰ ਸਾਹਿਬ ਇਕਬਾਲ ਸਿੰਘ ਜੀ ਸ਼ੀਦੀਵਾਲ। ਸੋ ਅਸੀਂ ਪੂਰਾ ਭਰੋਸਾ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਪਰਿਵਾਰ ਵਾਸਤੇ। ਜਦੋਂ ਵੀ ਜੇ ਕੋਈ ਲੋੜ ਹੈ ਤਾਂ ਅਸੀਂ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸਾਹਿਬ ਨੂੰ ਕਹਿ ਕੇ ਇਹਨਾਂ ਦੇ ਬੱਚੇ ਨੂੰ ਜੇ ਕੋਈ ਨੌਕਰੀ ਚਾਹੀਦੀ ਹੈ, ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਵੀ ਐਡਜਸਟ ਕਰ ਸਕਦੇ ਹਾਂ। ਤੇ ਹੋਰ ਵੀ ਜੋ ਇਹ ਪਰਿਵਾਰ ਕਹੂਗਾ, ਅਸੀਂ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜਾਂਗੇ। ਮੈਂ ਆਪਣੇ ਵੱਲੋਂ ਰੰਗਲੇ ਸੱਜਣ ਜਥੇਦਾਰ ਰਣਜੀਤ ਸਿੰਘ ਜੀ ਸੰਘੇੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤ ਵੱਡੇ ਜਰਨੈਲ ਪੰਥ ਨੂੰ, ਜਥੇਬੰਦੀ ਨੂੰ ਵਿਛੋੜਾ ਦੇ ਗਏ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਅਤੇ ਸਮੁੱਚੇ ਵਰਕਰ ਬਹੁਤ ਪਾਬੰਦੀਆਂ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਹਨ। ਮੈਂ ਸਮਝਦਾ ਹਾਂ ਕਿ ਸਰਦਾਰ ਸੰਘੇੜਾ ਸਾਹਿਬ ਵਰਗੇ ਜਰਨੈਲ ਤਾਂ ਚਲੇ ਜਾਣ, ਕੇਵਲ ਇੱਕ ਜਥੇਬੰਦੀ ਲਈ ਨਹੀਂ, ਸਮੁੱਚੇ ਪੰਥ ਲਈ ਤੇ ਪੰਥ ਤੋਂ ਵੀ ਅੱਗੇ ਜਿੱਥੇ ਕਿਤੇ ਭੀੜ ਪੈਂਦੀ ਸੀ ਜੰਮੂ ਕਸ਼ਮੀਰ 'ਚ ਸੰਘੇੜਾ ਸਾਹਿਬ ਉੱਥੇ ਵੀ ਜਾ ਕੇ ਪਹੁੰਚਦੇ ਸੀ। ਤੇ ਮਹਾਰਾਸ਼ਟਰ 'ਚ ਦਲਿਤਾਂ ਦੇ ਉੱਤੇ ਜ਼ੁਲਮ ਹੁੰਦਾ ਸੀ ਤੇ ਸੰਘੇੜਾ ਸਾਹਿਬ ਇੱਕ ਜਰਨੈਲ ਨੂੰ ਉੱਥੇ ਵੀ ਪਹੁੰਚਦੇ ਸੀ। ਇੱਕ ਦਰਸ਼ਨੀ ਜਵਾਨ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਜਦੋਂ ਮੋਰਚੇ 'ਚ ਜਾਂਦੇ ਸੀ, ਇਸ ਤਰ੍ਹਾਂ ਜਾਂਦੇ ਸੀ ਜਿਵੇਂ ਇੱਕ ਜੇਤੂ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਜਾਂਦੀਆਂ ਹਨ। ਉਹੀ ਕਾਰਨ ਹੈ ਕਿ ਅੱਜ ਬਰਗਾੜੀ ਮੋਰਚੇ ਦੇ ਵਿੱਚ ਬਹੁਤ ਲੋਕ ਕੁਛ ਕਹਿੰਦੇ ਰਹਿੰਦੇ ਹਨ। ਅੱਜ IG ਤੋਂ ਲੈ ਕੇ SSP ਤੱਕ ਤੇ ਜਿਹੜਾ ਵਰਤਮਾਨ DGP, ਉਸ ਸਮੇਂ ਦੇ ਗ੍ਰਹਿ ਮੰਤਰੀ, ਮੁੱਖ ਮੰਤਰੀ ਵੀ ਸ਼ੰਕਾ ਦੇ ਘੇਰੇ 'ਚ ਹੈ। ਅਜੇ ਉਹ ਕਲੀਨ ਚਿੱਟ ਨਹੀਂ। ਇਹ ਬਰਗਾੜੀ ਮੋਰਚੇ ਦੀ ਦੇਣ ਹੈ। ਤੇ ਸਰਦਾਰ ਰਣਜੀਤ ਸਿੰਘ ਸੰਘੇੜਾ, ਸਰਦਾਰ ਬੂਟਾ ਸਿੰਘ ਜੀ ਇੱਥੇ ਬੈਠੇ ਹਨ, ਸਰਦਾਰ ਪਰਮਜੀਤ ਸਿੰਘ ਸੋਢੀ, ਸਰਦਾਰ ਜਸਵੀਰ ਸਿੰਘ ਖਡੂਰ, ਸਾਰੀ ਅੰਮ੍ਰਿਤਸਰ ਅਕਾਲੀ ਦਲ ਜਿਨ੍ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਸਕਰਨ ਸਿੰਘ, ਸਾਰੀ ਜਥੇਬੰਦੀ ਦੇ ਵਿੱਚ ਸਰਦਾਰ ਰਣਜੀਤ ਸਿੰਘ ਸੰਘੇੜੇ ਦਾ ਜੋ ਉੱਘਾ ਰੋਲ ਹੈ। ਜਦੋਂ ਉੱਥੇ ਪਹੁੰਚਦੇ ਸੀ ਤਾਂ ਬਹੁਤ ਚੜ੍ਹਦੀ ਕਲਾ ਨਾਲ ਪਹੁੰਚਦੇ ਸੀ, ਬੜੇ ਖੁਸ਼ੀ ਚਿਹਰਾ ਪਹੁੰਚਦੇ ਸੀ। ਅਜਿਹੀ ਸ਼ਖਸੀਅਤ ਦਾ ਚਲੇ ਜਾਣਾ ਕੇਵਲ ਜਥੇਬੰਦੀ ਲਈ ਤਾਂ ਦੁੱਖ ਤੱਕ ਹੈ ਹੀ, ਸਮੁੱਚੇ ਪੰਥ ਲਈ, ਸਮੁੱਚੇ ਜੁਝਾਰੂ ਲੋਕ ਜਿਹੜੇ ਆਪਣੇ ਹੱਕਾਂ ਲਈ ਲੜੇ ਹਨ, ਉਹਨਾਂ ਸਾਰਿਆਂ ਲਈ ਬੜੀ ਇਹ ਦੁਖਦਾਈ ਘੜੀ ਹੈ। ਸਤਿਗੁਰੂ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨ ਦਾ ਨਿਵਾਸ ਬਖਸ਼ਣ, ਪੰਥ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਪੰਥ ਨੂੰ ਕਾਮਯਾਬੀਆਂ ਬਖਸ਼ਣ। ਅਜਿਹੀਆਂ ਸ਼ਖਸੀਅਤਾਂ ਦਾ ਆਪ ਸਤਿਗੁਰੂ ਕਿਰਪਾ ਕਰਕੇ ਜਿਹੜਾ ਘਾਟਾ ਪੂਰਾ ਕਰ। ਇਹਨਾਂ ਲਫ਼ਜ਼ਾਂ ਨਾਲ ਮੈਂ ਸਮੇਂ ਦੀ ਹਕੀਕਤ ਨੂੰ ਸਮਝਦਾ ਹੋਇਆ ਸਾਰਿਆਂ ਤੋਂ ਖਿਮਾ ਚਾਹੁੰਦਾ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਬਹੁਤ ਗੱਲਾਂ ਕੀਤੀਆਂ ਜਾਣ, ਪਰ ਮੈਨੂੰ ਉਹਨਾਂ ਦੀਆਂ ਦੋ ਕੁ ਗੱਲਾਂ ਟੁੰਬਦੀਆਂ। ਜਦੋਂ 1999 ਦੀ ਇਲੈਕਸ਼ਨ ਹੋ ਰਹੀ ਸੀ, ਇਹ ਸਾਡੇ ਨਾਲ ਇੱਥੋਂ ਦਾ ਜਥਾ ਜੋ ਸੰਗਰੂਰ ਦਾ ਬਾਬਾ ਹਰਚੰਦ ਸਿੰਘ ਰਾਜੋਆਣਾ ਜੋ ਪ੍ਰਧਾਨ ਸਨ, ਉਹਨਾਂ ਦੀ ਅਗਵਾਈ ਅਸੀਂ ਮਲੇਰਕੋਟਲੇ ਗਏ। ਮਲੇਰਕੋਟਲੇ ਦਾ ਜੋ ਮੁਸਲਮਾਨ ਆਗੂ ਸੀ ਉਹ ਸਾਡੇ ਨਾਲ ਭੱਜ ਕੇ ਤੇ ਢੀਂਡਸਾ ਸਾਹਿਬ ਨਾਲ ਜਾ ਗਿਆ ਸੀ। ਉਹਨਾਂ ਦਿਨਾਂ ਵਿੱਚ ਜਦੋਂ ਬਾਬਾ ਜੋਗਿੰਦਰ ਸਿੰਘ ਜੀ ਉੱਥੇ ਬੋਲੇ, ਉਹਨਾਂ ਨੇ ਕੀ ਆਖਿਆ? ਉਹ ਕਹਿੰਦੇ, ਮੁਸਲਮਾਨੋਂ ਇੱਕ ਹਾਦਾ ਨਾਰਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਖਾਤਰ ਮਾਰਿਆ ਸੀ, ਤੇ ਹੁਣ ਸਾਡੀ ਪਾਰਟੀ ਦਾ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਹੋਰ ਬਹੁਤ ਸਾਰੇ ਆਗੂ ਜੇਲ੍ਹਾਂ 'ਚ ਗੌਰਮੈਂਟ ਮਾਰ ਦੂ। ਜੇ ਤੁਸੀਂ ਸਾਡੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਨਾ ਜਿਤਾਇਆ ਤੇ ਸਰਦਾਰ ਰਾਜਦੇਵ ਸਿੰਘ ਨੂੰ ਵੋਟਾਂ ਪਾਓ। ਤੇ ਮੁਸਲਮਾਨਾਂ ਦੇ ਨੌਜਵਾਨ ਬੱਚੇ ਨੱਚਣ ਲੱਗ ਗਏ ਤੇ ਬਹੁਤ ਵੱਡੀ ਲੀਡ ਦੇ ਵਿੱਚ ਮੈਂ ਸਮਝਦਾ ਕਿ ਉਹ ਚੋਣ ਜਿੱਤੀ ਗਈ। ਔਰ ਉਹ ਘਟਨਾ ਦੇ ਨਾਲ ਸੀ ਸਾਡੇ ਰਣਜੀਤ ਸਿੰਘ ਸੰਘੇੜਾ। ਮੇਰੀ ਦੋਸਤੀ ਇਸ ਕਰਕੇ ਵੱਧ ਸੀ ਕਿ ਸਮੇਂ ਨਾਲ ਲੋਕ ਰੰਗ ਬਦਲ ਜਾਂਦੇ ਆ। ਇਹ ਬਾਬਾ ਜੋਗਿੰਦਰ ਸਿੰਘ ਤੋਂ ਲਾ ਕੇ ਹੁਣ ਤੱਕ ਉੱਥੇ ਖੜਾ ਸੀ। ਅਸੀਂ ਬਾਬਾ ਜੋਗਿੰਦਰ ਸਿੰਘ ਦੇ ਪਰਿਵਾਰ ਨਾਲ ਰਹੇ। ਮੈਂ ਤੇ ਗੁਰਦੀਪ ਸਿੰਘ ਬਠਿੰਡਾ, ਉਹਨਾਂ ਨੇ ਸਰਦਾਰ ਰਵਿੰਦਰ ਸਿੰਘ ਨੂੰ ਪ੍ਰਧਾਨ ਮੰਨ ਲਿਆ ਸੀ, ਉੱਥੇ ਖੜੇ ਰਹੇ। ਔਰ ਰਣਜੀਤ ਸਿੰਘ ਸੰਘੇੜਾ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਖੜਾ ਰਿਹਾ। ਔਰ ਉਦੋਂ ਤੋਂ ਅੱਜ ਤੱਕ ਮੇਰੇ ਨਾਲ ਮੈਂ ਨਿੱਜੀ ਉਹਦੇ ਨਾਲ ਯਾਰੀ ਰੱਖਦਾ ਸੀ। ਤੇ ਜਦੋਂ ਬਗਰਾੜੀ ਮੋਰਚਾ ਲੱਗਿਆ, ਜਿਵੇਂ ਗੁਰਦੀਪ ਸਿੰਘ ਬਠਿੰਡਾ ਬੋਲ ਕੇ ਗਿਆ, ਸਾਥੋਂ ਸਾਰਿਆਂ ਤੋਂ ਵੱਧ ਕੰਮ ਰਣਜੀਤ ਸਿੰਘ ਸੰਘੇੜਾ ਨੇ ਕੀਤਾ। ਸਾਥੋਂ ਸਾਰਿਆਂ ਤੋਂ ਵੱਧ ਬੰਦੇ ਰਣਜੀਤ ਸਿੰਘ ਸੰਘੇੜਾ ਉੱਥੇ ਲੈ ਕੇ ਗਿਆ। ਔਰ ਉਵੇਂ ਲੱਗਦਾ ਹੈ ਜਿਵੇਂ ਗੁਰਦੀਪ ਸਿੰਘ ਕਹਿ ਕੇ ਗਿਆ ਕਿ ਜੇਤੂ ਜਰਨੈਲ ਕਦੇ ਬੱਸਾਂ ਭਰ ਕੇ, ਕਦੇ ਟੈਂਪੂ ਭਰ ਕੇ, ਕਦੇ ਟਰੱਕ ਭਰ ਕੇ ਉੱਥੇ ਜਾ ਰਿਹਾ ਸੀ। ਮੈਂ ਬਿਆਨ 'ਚ ਵੀ ਆਖਿਆ ਸੀ, ਅੱਜ ਵੀ ਕਹਿਣਾ ਕਿ ਇਹ ਜਿਹੇ ਮਨੁੱਖ ਜਾਣ ਨਾਲ ਇਕੱਲੇ ਪਰਿਵਾਰ ਨੂੰ ਘਾਟਾ ਨਹੀਂ ਪੈਂਦਾ। ਇਹ ਜਿਹੇ ਮਨੁੱਖ ਜਾਣ ਨਾਲ ਕਿਸੇ ਪਾਰਟੀ ਨੂੰ ਘਾਟਾ ਨਹੀਂ ਪੈਂਦਾ। ਇਹ ਜਿਹੇ ਮਨੁੱਖ ਜਾਣ ਨਾਲ ਸਮੁੱਚੇ ਪੰਥ ਨੂੰ ਘਾਟਾ ਪੈਂਦਾ, ਪੰਥ ਨੂੰ। ਔਰ ਪੰਥ ਅੱਜ ਵਿਖੜਿਆ ਪਿਆ, ਜਿਵੇਂ ਪਰਮਜੀਤ ਸਿੰਘ ਬਰਨਾਲਾ ਕਹਿੰਦਾ ਸੀ। ਔਰ ਇਹ ਜਿਹੇ ਬੰਦਿਆਂ ਦੀ ਕਹਿਣੀ ਤੇ ਕਰਨਿਆਂ ਦੀ ਅੱਜ ਬਹੁਤ ਲੋੜ ਆ। ਪਰ ਜਹੇਦਾਰ ਰਣਜੀਤ ਸਿੰਘ ਸੰਘੇੜਾ, ਕਿਉਂਕਿ ਇਤਿਹਾਸ ਨੇ ਲਿਖਣਾ ਕਿ ਮਨੁੱਖ ਖੜਾ ਕਿੱਥੇ ਸੀ ਤੇ ਮਨੁੱਖ ਕਰਦਾ ਕੀ ਸੀ। ਔਰ ਉਹ ਦੋਨਾਂ ਗੱਲਾਂ 'ਚ ਸਫਲ ਸੀ। ਆਪਣਾ ਨਾਮ ਇਤਿਹਾਸ 'ਚ ਦਰਜ ਕਰਕੇ ਗਿਆ। ਆਉਣ ਵਾਲੀਆਂ ਪੋਸਟਾਂ, ਆਉਣ ਵਾਲੀਆਂ ਨਸਲਾਂ ਇਹ ਪੜ੍ਹਿਆ ਕਰਨਗੇ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹ ਜ਼ਾਲਮ ਸਰਕਾਰ, ਚਾਹੇ ਇੱਥੇ ਕਿਸੇ ਦੀ ਵੀ ਹੋਵੇ, ਉਹਦੇ ਉਲਟ ਖੜ ਕੇ ਕਿੰਨਾ ਨੇ ਕੰਮ ਕੀਤਾ। ਉਹਨਾਂ 'ਚ ਜਹੇਦਾਰ ਰਣਜੀਤ ਸਿੰਘ ਸੰਘੇੜਾ ਸੀ। ਮੈਨੂੰ ਪੂਰਨ ਆਸ ਆ ਕਿ ਅਕਾਲ ਪੁਰਖ ਵਾਹਿਗੁਰੂ ਉਹ ਸਾਡੇ ਪਿਛੜੇ ਹੋਏ ਦੋਸਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦਿਓ। ਪਰਿਵਾਰ ਚੜ੍ਹਦੀ ਕਲਾ ਵਿੱਚ ਰਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਘਰ ਦੇ ਵਿੱਚ, ਹਰ ਗਲੀ ਦੇ ਵਿੱਚ ਇੱਕ ਸੋਗ ਦੀ ਲਹਿਰ ਉਸ ਦੇਰ ਤੋਂ ਚੱਲੀ ਹੋਈ ਹੈ। ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਬਿਰਾਜਮਾਨ ਹਾਂ, ਇਸ ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਰੱਖਣ ਤੋਂ ਲੈ ਕੇ ਉਸਾਰੀ ਤੱਕ, ਇਹ ਇਮਾਰਤ ਨੂੰ, ਇਹ ਗੁਰਦੁਆਰਾ ਸਾਹਿਬ ਨੂੰ ਬਣਾਉਣ ਵਿੱਚ ਨੀਂਹ ਪੱਥਰ ਤੋਂ ਲੈ ਕੇ ਨੀਂਹ ਪੱਥਰ ਰੱਖਣ ਤੋਂ ਲੈ ਕੇ ਉਸਾਰੀ ਤੱਕ ਜਥੇਦਾਰ ਰਣਜੀਤ ਸਿੰਘ ਨੇ ਖੁਦ ਆਪ ਸੇਵਾ ਕੀਤੀ ਹੈ। ਉਹ ਗੁਰੂ ਘਰ ਨਾਲ ਬਹੁਤ, ਇਸ ਗੁਰਦੁਆਰਾ ਸਾਹਿਬ ਨਾਲ ਬਹੁਤ ਜੁੜੇ ਹੋਏ ਸਨ, ਜਿਨ੍ਹਾਂ ਨੇ ਇੱਥੇ ਬੜਾ ਲੰਬਾ ਸਮਾਂ ਕਥਾ ਰਾਹੀਂ ਲਗਾਤਾਰ 5 ਸਾਲ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਜਿਹੜੀ ਪੂਰਨ ਗ੍ਰੰਥ ਸਾਹਿਬ ਦੀ ਵਿਆਖਿਆ ਕਥਾ ਰਾਹੀਂ ਸੰਗਤਾਂ ਨੂੰ ਸਰਵਣ ਕਰਵਾਈ ਸੀ। ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨਗਰ ਦੀਆਂ, ਉਹਨਾਂ ਨੇ ਵੀ ਸੋਕਮਤੇ ਭੇਜੇ ਨੇ। ਸ਼ਹੀਦ ਊਧਮ ਸਿੰਘ ਜੋ ਬਰਨਾਲਾ ਜ਼ਿਲ੍ਹੇ ਦੇ ਜਥੇਦਾਰ ਵੀ ਸਨ ਤੇ PAC ਦੇ ਮੈਂਬਰ ਵੀ ਸਨ, ਉਹਨਾਂ ਦੀ ਅੰਤਮ ਅਰਦਾਸ ਤੇ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ,
सिख कौम के महान जरनैल सरदार सिमरनजीत सिंह जी मान, अकाल तख्त साहब के जथेदार, जिसनों सरबत खालसा पूरी कौम ने चुनिया है, भाई ध्यान सिंह जी मन, यूनाइटेड अकाली दल के प्रधान भाई गुरदीप सिंह जी बठिंडा, स्वतंत्र अकाली दल के प्रधान भाई परमजीत सिंह जी सहोली साहब, बूटा सिंह जी करनसी जो 1920 अकाली दल के सकत्तर जनरल ने, ते दल खालसा के जनरल सैकटरी खडूर साहब, ते दर्जा बदर्जा साध संगत जी, सब तो पहला फतेह बुलाइए। वाहिगुरू जी का खालसा, वाहिगुरू जी की फतेह। फरीदा दरियावे कन्ने बंगला बैठा केल करे, केल करेंदे हंज नूं भजनते बाज पए, बाज पए तिस रब दे केलां विसरियां, जो मन चित न चेते सन, सो गाली रब दियां। संघेड़ा साहब उस वाहिगुरू के हुक्म के मुताबिक आए सन, उस वाहिगुरू के हुक्म के मुताबिक चले गए ने। सो बाणी कह रही है, घलिया वे नानका सद उठी जाए। बाणी कह रही है, मरण लिखाए मंडल में आए। बाणी कह रही है, जो आया सो चल सी, सब कोई बारी है। बाणी कह रही है कि मनुख नूं सच बोलना चाहिए है, क्योंकि आप सच्ची जगह पे बैठे हैं। मौत भी सच्चाई है ते गुरु ग्रंथ साहब भी सच्चे गुरु है। तो फिर गल्लां दो हुंदियां। आ जिहड़ी अंतिम अरदास है, ये एक दिन मेरी भी हो जानी है, सारियां भी हो जानी है। इस अंतिम अरदास तो बंदे नूं सबक सीख के जाना चाहिए है कि ये सारे बंदियां की अंतिम अरदास होनी है। फिर जिहड़ा इंसान इस समाज ते आउंदा है, वो समाज दे विच रह के करप्शन नहीं करता, धियां भैणां दी इज्जतां दा सांझा है, चार सवेरे गुरु डंम मगर नहीं लगता, अपनी कौम का वफादार है, मड़ी नूं नहीं पूजदा, मसानी नूं नहीं पूजदा, सिरसे वाले साध दे मगर नहीं लगता, भनियारे वाले मगर नहीं लगता, ते दसम ग्रंथ के दोखियां दे मगर नहीं लगता। ते फिर उन्होंने की कहते हैं, ये जिहड़ा किसान का यात्री भी बड़ा वधिया सी, ते एक बाग का माली भी वधिया सी। अरदास तो माड़े बंदे की भी हो जानी है, जिहड़ा इंसान सदा गुरु डंम दे मगर लगता है, भरा नूं भरा नाल लड़ा दिंदा है, कौम दीआं धज्जियां डा दिंदा है, काल तख्त दीआं धज्जियां डा दिंदा है, दरबार साहब नूं ढाउण वालियां दे नाल रल जांदा है। ते फिर उसनूं कहणे आ, ये एक सरान का ना यात्री वधिया सी ते ना बाग का माली सी, जिहड़ी फलवाड़ी तैयार की सी कौम की, बहुत वधिया फलवाड़ी नूं रोड के रह गया। रणजीत सिंह झंझेड़ा साहब इस फलवाड़ी के एक माली भी बड़े वधिया सन, ते इस संसार के इस राम के एक यात्री भी वधिया सन, जिहड़े गुरु आशे के मुताबिक सारे रिजेक्ट करके चलते रहे ने। इस करके सानू इस मौत तो सबक सीखना चाहिए। अखीर दे विच सानू पार्टी उन्हां दी हाज़री लाई जाती है। बोले सो निहाल। हुण मैं जिन्हां दा नाम रह गया, संघर्षी योधे जथेदार भाई रणजीत सिंह संघेड़ा जी की दशहरे की अरदास के उत्ते गुरु चरणों के विच बैठी गुरु प्यारी गुरु सवारी साध संगत जी, आओ सब तो पहला बुलाओ फतेह। वाहिगुरू जी का खालसा, वाहिगुरू जी की फतेह। गुरुमुख जन्म सवार दरगाह चलिया। जथेदार रणजीत सिंह संघेड़ा गुरमुख सन। वो इसलिए कि उन्हों का समुचा परिवार नितनेमी सन, वो पक्के टकसाली सन, पक्के गुरु के सिख सन।
ਨਿਤਨੇਮ ਬਣਾਉਣਾ, ਨਿਤਨੇਮ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ, ਇਹ ਬੜੀ ਔਖੀ ਗੱਲ ਹੈ। ਔਰ ਜਿਹਨੇ ਇਹ ਟਾਈਮ ਨੂੰ ਪੱਕਾ ਕਰ ਲਿਆ, ਜਿਹੜਾ ਸਵੇਰੇ ਉੱਠ ਕੇ ਰੋਜ਼ ਗੁਰਬਾਣੀ ਪੜ੍ਹਦਾ ਹੈ, ਸ਼ਾਮ ਨੂੰ ਗੁਰਬਾਣੀ ਪੜ੍ਹਦਾ ਤੇ 2 ਟਾਈਮ ਅਰਦਾਸ ਕਰਦਾ ਹੈ, ਉਹ ਗੁਰਮੁਖ ਆ, ਉਹਦਾ ਮੂੰਹ ਗੁਰੂ ਵੱਲ ਹੈ। ਔਰ ਇਹ ਗੁਰਮੁਖ ਪਰਿਵਾਰ ਜਿਹਨੇ ਪੰਥ ਦੀ ਖਾਤਰ, ਕੌਮ ਦੀ ਖਾਤਰ ਜਦੋਂ ਵੀ ਆਵਾਜ਼ ਆਈ, ਜਦੋਂ ਵੀ ਹੁਕਮ ਹੋਇਆ, ਆਪਣਾ ਨਫਾ ਨੁਕਸਾਨ ਨਹੀਂ ਵੇਖਿਆ, ਹਮੇਸ਼ਾ ਮੂਹਰਲੀਆਂ ਕਤਾਰਾਂ ਦੇ ਵਿੱਚ ਇਸ ਪਰਿਵਾਰ ਨੇ ਪੰਥ ਦੀ ਸੇਵਾ ਨਿਭਾਈ। ਆ ਪਿੱਛੇ ਜੇ ਬਰਗਾੜੀ ਦਾ ਮੋਰਚਾ ਲੱਗਿਆ, ਜਥੇਦਾਰ ਰਣਜੀਤ ਸਿੰਘ ਸੰਘੇੜਾ ਨੇ ਵੈਸੇ ਤਾਂ ਉੱਥੇ ਕਿਸੇ ਨੇ ਕਸਰ ਨਹੀਂ ਬਾਕੀ ਛੱਡੀ, ਪਰ ਕੁਝ ਚੋਣਵੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਉਹਨੂੰ ਆਪਣਾ ਸਮਝ ਕੇ ਨਿਭਾਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜ਼ਿਲ੍ਹਾ ਬਰਨਾਲੇ ਤੋਂ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੀ ਹਾਜ਼ਰੀ ਦੇ ਵਿੱਚ ਜਕਾਰੇ ਲਾਉਂਦੀਆਂ ਸੰਗਤਾਂ ਹਰ ਐਤਵਾਰ ਉੱਥੇ ਪਹੁੰਚਦੀਆਂ ਸੀ। ਜਦੋਂ ਇਹ ਕਾਫਲਾ ਪਹੁੰਚਦਾ ਸੀ ਤਾਂ ਬਿਲਕੁਲ ਜਿਹੜੀ ਬਰਗਾੜੀ ਦੀ ਮੰਡੀ ਉਹ ਭਰ ਜਾਂਦੀ ਸੀ। ਬਹੁਤ ਵੱਡਾ ਯੋਗਦਾਨ ਜਥੇਦਾਰ ਜੀ ਦਾ ਰਿਹਾ। ਸੋ ਮੈਂ ਅੱਜ ਦੇ ਇਸ ਅਰਦਾਸ ਦੇ ਉੱਤੇ ਮੈਂ ਸਮੁੱਚੇ ਸਿੱਖ ਕੌਮ ਨੂੰ, ਸਮੁੱਚੇ ਪੰਥ ਨੂੰ, ਖਾਸ ਕਰਕੇ ਸੰਘਰਸ਼ੀ ਯੋਧਿਆਂ ਨੂੰ, ਆਪਾਂ ਜਿੰਨੇ ਵੀ ਇੱਥੇ ਬੈਠੇ ਆ, ਕੋਈ ਕਿਸੇ ਤੋਂ ਘੱਟ ਨਹੀਂ। ਜੇ ਮੈਂ ਇਹ ਕਹਿ ਲਵਾਂ ਕਿ ਮੈਂ ਜਰਨੈਲਾਂ ਦੀ ਹਾਜ਼ਰੀ ਦੇ ਵਿੱਚ ਆਪਣੇ ਸ਼ਬਦ ਕਹਿ ਰਿਹਾ, ਜਿਹੜੇ ਜਰਨੈਲ ਕੌਮ ਦੀ ਖਾਤਰ ਲੜਦੇ ਤੇ ਕੌਮ ਦੀ ਖਾਤਰ ਚੱਲਦੇ ਨੇ, ਜੇ ਮੈਂ ਕਹਿ ਲਵਾਂ ਕਿ ਮੈਂ ਜਰਨੈਲਾਂ ਦੀ ਹਾਜ਼ਰੀ ਦੇ ਵਿੱਚ ਬੋਲ ਰਿਹਾ ਤੇ ਕੋਈ ਅੱਤ ਕਥਨੀ ਵਾਲੀ ਗੱਲ ਨਹੀਂ। ਇੱਕ ਤੋਂ ਇੱਕ ਵੱਧ ਕੇ ਹੈ। ਪਰ ਸਾਧ ਸੰਗਤ ਜੀ, ਜਥੇਦਾਰ ਨਿਤਨੇਮੀ ਸੀ, ਬਹੁਤ ਘਾਟਾ ਪਿਆ ਉਹਨਾਂ ਦੇ ਜਾਣ ਕਰਕੇ। ਵੈਸੇ ਮੈਂ ਸਮਝਦਾ ਕੋਈ ਸਮਝ ਨਹੀਂ ਲੱਗਦੀ ਕਿ ਪਰਮਾਤਮਾ ਦੀ ਕੀ ਮਰਜ਼ੀ ਹੈ। ਸੰਗਰੂਰ ਜ਼ਿਲ੍ਹਾ ਬੜਾ ਚੜ੍ਹਦੀ ਕਲਾ ਵਾਲਾ ਜ਼ਿਲ੍ਹਾ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਸ ਜ਼ਿਲ੍ਹੇ ਦੇ ਵਿੱਚ ਇੱਥੋਂ ਚੋਣ ਵੀ ਜਿੱਤੇ ਤੇ ਬਹੁਤ ਵੱਡਾ ਬੋਲਬਾਲਾ ਰਿਹਾ। ਇਸ ਜ਼ਿਲ੍ਹੇ ਦੇ ਵਿੱਚ ਬੜੇ ਵੱਡੇ ਵੱਡੇ ਜਰਨੈਲ ਜਿਨ੍ਹਾਂ ਨੇ ਸਿਰ ਤੋੜ ਕੌਮ ਤੇ ਪਾਰਟੀ ਵਾਸਤੇ ਯਤਨ ਕੀਤੇ, ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਬੜੀ ਇੱਕ ਲੰਮੀ ਲਾਈਨ, ਜਿਵੇਂ ਇੱਕ ਨਜ਼ਰ ਲੱਗੀ ਹੁੰਦੀ ਹੈ, ਇਸ ਤਰ੍ਹਾਂ ਦਾ ਕੁਛ